Good morning, students. I hope you all are doing well. And today I am going to continue our second chapter. ਇਹ ਸੈਕੰਡ ਚੈਪਟਰ ਦਾ ਲਾਸਟ ਕਨਸੈਪਟ ਹੋਏਗਾ, ਲਾਸਟ ਨੂਮੈਰੀਕਲ ਹੋਏਗਾ, ਜਿਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਦੀ ਕੈਲਕੂਲੇਸ਼ਨਸ ਕਰਨੀ ਹੋਏਗੀ। ਕਾਸਟ ਆਫ ਗੁੱਡ ਸੋਲਡ, ਗ੍ਰੋਸ ਪ੍ਰੋਫਿਟ, ਨੈਟ ਪ੍ਰੋਫਿਟ। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਕੈਲਕੂਲੇਟ ਕੀਤੀਆਂ ਜਾਣਗੀਆਂ ਅੱਜ ਦੇ ਇਸ ਕੁਐਸਚਨ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਜਦੋਂ ਵੀ ਅਸੀਂ ਕੈਲਕੂਲੇਸ਼ਨ ਕਰਨੀ ਆ ਸਾਡੇ ਕੋਲ ਵੈਲਿਊਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਾਸਟ ਆਫ ਗੁੱਡ ਸੋਲਡ, ਜਿਹਦੀ ਕੈਲਕੂਲੇਸ਼ਨ ਹੈ ਜਿਹੜੀ ਸਾਨੂੰ ਪਤਾ ਕਰਨ ਦੇ ਲਈ ਕਿਹਾ ਹੋਇਆ, ਤਾਂ ਅਗਰ ਸਾਨੂੰ ਕੈਲਕੂਲੇਸ਼ਨਸ ਕਰਨੀ ਆ, ਅਗਰ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਕੋਲ ਕੀ ਹੋਣਾ ਜ਼ਰੂਰੀ ਆ। ਪਹਿਲਾਂ ਸਾਡੇ ਕੋਲ ਹੋਣਾ ਚਾਹੀਦਾ ਨੈਟ ਪਰਚੇਜ਼, ਦੈਨ ਡਾਇਰੈਕਟ ਐਕਸਪੈਂਸਿਸ। ਠੀਕ ਹੈ, ਨੈਟ ਪਰਚੇਜ਼ ਔਰ ਡਾਇਰੈਕਟ ਐਕਸਪੈਂਸਿਸ ਦਾ ਹੋਣਾ ਬਹੁਤ ਜ਼ਰੂਰੀ ਆ। ਇਹਦੇ ਨਾਲ ਠੀਕ ਹੈ, ਪਰਚੇਜ਼ ਦੇ ਨਾਲ ਨਾਲ ਸਾਡੇ ਕੋਲ ਓਪਨਿੰਗ ਸਟਾਕ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਓਪਨਿੰਗ ਸਟਾਕ ਜਿਹੜਾ ਸਾਡੇ ਕੋਲ ਹੋਊਗਾ ਉਹ ਐਡ ਕੀਤਾ ਜਾਊਗਾ ਨੈਟ ਪਰਚੇਜ਼ ਦੇ ਵਿੱਚ, ਡਾਇਰੈਕਟ ਐਕਸਪੈਂਸਿਸ ਦੇ ਵਿੱਚ, ਔਰ ਮਾਈਨਸ ਕਿਹੜੀ ਚੀਜ਼ ਹੋ ਜਾਏਗੀ ਸਾਡੇ ਕੋਲ, ਕਲੋਜ਼ਿੰਗ ਸਟਾਕ। ਸਾਡੇ ਕੋਲ ਆਲਮੋਸਟ ਵੈਲਿਊਜ਼ ਗਿਵਨ ਆ। ਓਪਨਿੰਗ ਸਟਾਕ ਹੈ, ਨੈਟ ਪਰਚੇਜ਼ ਨਹੀਂ ਹੈ, ਡਾਇਰੈਕਟ ਐਕਸਪੈਂਸਿਸ ਸਿੱਧੇ ਤਰੀਕੇ ਨਾਲ ਨਹੀਂ ਦਿੱਤੇ ਪਰ ਉਹਦੀ ਵੈਲਿਊ ਜ਼ਰੂਰ ਦਿੱਤੀ ਹੈ, ਕਲੋਜ਼ਿੰਗ ਸਟਾਕ ਉਹ ਵੀ ਸਾਨੂੰ ਸਿੱਧੇ ਤਰੀਕੇ ਨਾਲ ਦਿੱਤਾ ਹੋਇਆ। ਹੁਣ ਫਸਟ ਆਫ ਆਲ ਦੇਖ ਲੈਂਦੇ ਹਾਂ ਓਪਨਿੰਗ ਸਟਾਕ। ਓਪਨਿੰਗ ਸਟਾਕ ਕਿੰਨਾ ਦਿੱਤਾ ਹੈਗਾ, 20,000। ਉਹਨੂੰ ਅਸੀਂ ਉਸੇ ਤਰੀਕੇ ਨਾਲ ਲਿਖ ਲਾਂਗੇ। ਹੁਣ ਸਾਨੂੰ ਪਤਾ ਕਰਨੇ ਹੈਗੇ ਆ ਨੈਟ ਪਰਚੇਜ਼। ਨੈਟ ਪਰਚੇਜ਼ ਦੀ ਵੈਲਿਊ ਕਿਵੇਂ ਪਤਾ ਲੱਗੂਗੀ ਸਾਨੂੰ, ਜਿਹੜੀ ਸਾਡੇ ਕੋਲ ਇਕੱਲੀ ਪਰਚੇਜ਼ ਆ ਉਹ ਕਿੰਨੀ ਆ। ਨੈਟ ਪਰਚੇਜ਼ ਪਤਾ ਕਰਨ ਦੇ ਲਈ ਸਾਡੇ ਕੋਲ ਜਿੰਨੀ ਵੈਲਿਊ ਪਰਚੇਜ਼ ਦੀ ਆ, ਸਿੰਪਲ ਪਰਚੇਜ਼, ਉਹਦੇ ਵਿੱਚੋਂ ਅਸੀਂ ਰਿਟਰਨ ਆਊਟਵਰਡ ਆ ਜੋ ਅਸੀਂ ਰਿਟਰਨ ਕਰ ਚੁੱਕੇ ਹਾਂ, ਰਿਟਰਨ ਆਊਟਵਰਡ ਦੀ ਵੈਲਿਊ ਜਿਹੜੀ ਉਹ ਅਸੀਂ ਮਾਈਨਸ ਕਰਨੀ ਆ। ਪਰਚੇਜ਼ ਹੈਗੀ ਹੈ ਸਾਡੇ ਕੋਲ ਕਿੰਨੀ ਆ, 5,06,000। ਆਊਟਵਰਡ ਕਿੰਨਾ ਹੈਗਾ ਸਾਡੇ ਕੋਲ ਵੈਲਿਊਜ਼, ਆਊਟਵਰਡ ਜਿਹੜੀ ਆ ਉਹ 6,000। 6,000 ਦੀ ਵੈਲਿਊ ਸਾਡੇ ਕੋਲ ਆਊਟਵਰਡ ਦੀ ਆ, ਤਾਂ ਟੋਟਲ ਵੈਲਿਊ ਕਿੰਨੀ ਬਚੀ ਸਾਡੇ ਕੋਲ, 5 ਲੱਖ। 5 ਲੱਖ ਜੋ ਵੈਲਿਊ ਆ ਉਹ ਕਿਹਦੀ ਹੈ ਸਾਡੇ ਕੋਲ, ਨੈਟ ਪਰਚੇਜ਼ ਦੀ। ਯਾਨੀ ਕਿ ਪਰਚੇਜ਼ ਦੇ ਵਿੱਚੋਂ ਅਸੀਂ ਪਰਚੇਜ਼ ਰਿਟਰਨ ਮਾਈਨਸ ਕੀਤਾ, 5,06,000 ਦੇ ਵਿੱਚੋਂ 6,000 ਮਾਈਨਸ ਕੀਤਾ, 5 ਲੱਖ ਆ ਗਿਆ। ਉਹ ਕਿਹੜੀ ਵੈਲਿਊ ਸਾਡੇ ਕੋਲ, ਨੈਟ ਪਰਚੇਜ਼। ਨੈਟ ਪਰਚੇਜ਼ ਪਤਾ ਕਰਨਾ ਸੀ, ਉਹ ਸਾਨੂੰ ਮਿਲ ਗਿਆ। ਓਪਨਿੰਗ ਸਟਾਕ 20,000 ਪਹਿਲਾਂ ਹੀ ਸੀ ਸਾਡੇ ਕੋਲ। ਠੀਕ ਹੈ, ਨੈਟ ਪਰਚੇਜ਼ 5 ਲੱਖ ਜਿਹੜੀ ਉਹ ਅਸੀਂ ਕੈਲਕੂਲੇਟ ਕੀਤੀ ਆ, ਉਹਨੂੰ ਅਸੀਂ ਨਾਲ ਲਿਖ ਦਾਂਗੇ। ਦੋ ਚੀਜ਼ਾਂ ਕੰਪਲੀਟ ਹੋ ਗਈਆਂ। ਹੁਣ ਸਾਨੂੰ ਚਾਹੀਦੇ ਆ ਡਾਇਰੈਕਟ ਐਕਸਪੈਂਸਿਸ। ਡਾਇਰੈਕਟ ਐਕਸਪੈਂਸਿਸ ਪਤਾ ਕਰਨ ਦੇ ਲਈ ਸਾਡੇ ਕੋਲ ਜਿਹੜੇ ਡਾਇਰੈਕਟ ਖਰਚਿਆਂ ਦਾ ਹੋਣਾ ਜ਼ਰੂਰੀ ਆ। ਡਾਇਰੈਕਟ ਐਕਸਪੈਂਸਿਸ ਦੇਖ ਲੈਣੇ ਕਿਹੜੇ ਆ। ਕੈਰੀਜ ਆਊਟਵਰਡ ਇਹ ਇਨਡਾਇਰੈਕਟ ਆ, ਇਨਵਰਡ ਹੁੰਦਾ ਤਾਂ ਡਾਇਰੈਕਟ ਸੀ। ਰੈਂਟ ਇਹ ਵੀ ਸਾਡੇ ਕੋਲ ਕੀ ਹੈ, ਇਹ ਇਨਡਾਇਰੈਕਟ ਆ ਖਰਚੇ। ਰੈਂਟ, ਫਰੇਟ ਐਂਡ ਆਕਟਰੀਜ਼। ਫਰੇਟ ਐਂਡ ਆਕਟਰੀਜ਼ ਆ ਜਿਹੜੇ ਉਹ ਸਾਡੇ ਡਾਇਰੈਕਟ ਐਕਸਪੈਂਸਿਸ ਆ। ਠੀਕ ਹੈ, ਕਿਉਂਕਿ ਇਹ ਸਾਡੇ ਬਿਲਕੁਲ ਸਮਾਨ ਦੇ ਨਾਲ ਜੁੜੇ ਹੋਣਗੇ, ਤਾਂ ਅਸੀਂ ਇੱਥੇ ਸਿੰਪਲੀ ਕਹਿ ਸਕਦੇ ਹਾਂ ਕਿ ਜਿਹੜੀ ਵੈਲਿਊ ਸਾਡੇ ਕੋਲ ਫਰੇਟ ਐਂਡ ਆਕਟਰੀ ਦੀ ਆ, ਠੀਕ ਹੈ, ਉਹ ਸਾਡੀ ਕੀ ਹੈ ਅਸਲ ਦੇ ਵਿੱਚ, ਡਾਇਰੈਕਟ ਐਕਸਪੈਂਸਿਸ ਦੀ ਵੈਲਿਊ ਆ। ਕਿੰਨੀ ਵੈਲਿਊ ਹੈ ਸਾਡੇ ਕੋਲ, ਫਰੇਟ ਐਂਡ ਆਕਟਰੀ ਦੀ ਵੈਲਿਊ ਹੈ ਸਾਡੇ ਕੋਲ 5,000। ਤਾਂ ਯਾਨੀ ਕਿ 5,000 ਦੀ ਵੈਲਿਊ ਹੈ ਜਿਹੜੀ ਉਹ ਫਰੇਟ ਐਂਡ ਆਕਟਰੀ ਦੀ ਹੈ, ਜੋ ਕਿ ਆਪਾਂ ਇੱਥੇ ਐਡ ਕਰ ਸਕਦੇ ਹਾਂ। ਔਰ ਉਹ ਕਿਹੜੀ ਵੈਲਿਊ ਸਾਡੀ, ਡਾਇਰੈਕਟ ਐਕਸਪੈਂਸਿਸ ਦੀ। 5,000 ਐਡ ਹੋ ਗਿਆ। ਠੀਕ ਹੈ, ਤਿੰਨੋਂ ਵੈਲਿਊਜ਼ ਹੋ ਗਈਆਂ, ਓਪਨਿੰਗ ਸਟਾਕ, ਨੈਟ ਪਰਚੇਜ਼, ਡਾਇਰੈਕਟ ਐਕਸਪੈਂਸਿਸ। ਕਲੋਜ਼ਿੰਗ ਸਟਾਕ ਰਹਿ ਗਿਆ। ਕਿੰਨਾ ਕਲੋਜ਼ਿੰਗ ਸਟਾਕ ਆ ਲਾਸਟ 'ਤੇ, 18,000। 18,000 ਦਾ ਕਲੋਜ਼ਿੰਗ ਸਟਾਕ ਆ ਸਾਡੇ ਕੋਲ। ਉਹ ਹੁਣ ਇੱਧਰੋਂ ਅਸੀਂ ਮਾਈਨਸ ਕਰ ਦਾਂਗੇ। ਸਾਰੀਆਂ ਵੈਲਿਊਜ਼ ਪੂਰੀਆਂ ਹੋਈਆਂ। ਹੁਣ ਸਾਡੇ ਕੋਲ ਕੀ ਪਤਾ ਲੱਗੇਗਾ, ਕਾਸਟ ਆਫ ਗੁੱਡ ਸੋਲਡ। ਜਦੋਂ ਇਹਨਾਂ ਸਾਰੀਆਂ ਵੈਲਿਊ ਦੀ ਕੈਲਕੂਲੇਸ਼ਨ ਕਰ ਲਾਂਗੇ, ਪਹਿਲਾਂ ਇਹਨਾਂ ਤਿੰਨਾਂ ਨੂੰ ਪਲੱਸ ਕਰ ਲਾਂਗੇ, ਫਿਰ ਇਹਦੇ ਵਿੱਚੋਂ 18,000 ਮਾਈਨਸ ਕਰ ਦਾਂਗੇ, ਤਾਂ ਵੈਲਿਊ ਸਾਡੇ ਕੋਲ 5,07,000 ਦੀ ਬਚੇਗੀ, ਜੋ ਕਿ ਸਾਡੀ ਕੀ ਵੈਲਿਊ ਆ, ਕਾਸਟ ਆਫ ਗੁੱਡ ਸੋਲਡ। ਕਾਸਟ ਆਫ ਗੁੱਡਸ ਸੋਲਡ ਨੂੰ ਅਸੀਂ COGS ਵੀ ਬੋਲਦੇ ਹਾਂ। ਠੀਕ ਹੈ, ਜਿਹਦਾ ਮਤਲਬ ਕੀ ਹੋਊਗਾ ਵੀ ਸਮਾਨ ਨੂੰ ਸੇਲ ਕਰਨ 'ਤੇ ਸਾਨੂੰ ਕਿੰਨਾ ਖਰਚਾ ਆ। ਯਾਨੀ ਕਿ ਪਹਿਲਾਂ ਜਿਹੜੀ ਸਾਨੂੰ ਵੈਲਿਊ ਪਤਾ ਕਰਨ ਨੂੰ ਕਿਹਾ ਸੀ ਉਹ ਅਸੀਂ ਪਤਾ ਕਰ ਚੁੱਕੇ ਹਾਂ। ਹੁਣ ਸੈਕਿੰਡ ਸਾਨੂੰ ਕਿਹਾ ਹੋਇਆ ਸੀਗਾ ਗ੍ਰੋਸ ਪ੍ਰੋਫਿਟ ਦੀ ਕੈਲਕੂਲੇਸ਼ਨਸ ਕਰਨ ਦੇ ਲਈ। ਹੁਣ ਗ੍ਰੋਸ ਪ੍ਰੋਫਿਟ ਆ ਜਿਹੜਾ, ਉਹਦਾ ਮਤਲਬ ਹੁੰਦਾ ਕਿ ਸਾਡੇ ਕੋਲ ਐਕਚੁਅਲ ਕਿੰਨਾ ਪ੍ਰੋਫਿਟ ਆ, ਟੋਟਲ ਪ੍ਰੋਫਿਟ। ਗ੍ਰੋਸ ਪ੍ਰੋਫਿਟ ਨੂੰ ਕੈਲਕੂਲੇਟ ਕਰਨ ਦੇ ਲਈ ਸਾਨੂੰ ਕੀ ਵੈਲਿਊਜ਼ ਚਾਹੀਦੀਆਂ। ਗ੍ਰੋਸ ਪ੍ਰੋਫਿਟ ਨੂੰ ਪਤਾ ਕਰਨ ਦੇ ਲਈ ਸਾਨੂੰ ਇੱਕ ਤਾਂ ਚਾਹੀਦਾ ਹੈਗਾ ਨੈਟ ਸੇਲ। ਠੀਕ ਹੈ, ਫਿਰ ਨੈਟ ਸੇਲ ਦੇ ਵਿੱਚੋਂ ਅਸੀਂ ਕਾਸਟ ਆਫ ਗੁੱਡ ਸੋਲਡ ਆ ਜਿਹੜੀ ਉਹ ਮਾਈਨਸ ਕਰਨੀ ਹੈ। ਜਿੰਨੀ ਵੀ ਸਾਡੀ ਕਾਸਟ ਆਫ ਗੁੱਡ ਸੋਲਡ ਆ ਉਹਨੂੰ ਮਾਈਨਸ ਕਰ ਦਾਂਗੇ, ਸਾਡੇ ਕੋਲ ਜਿਹੜਾ ਇਹ
ਗਰੋਸ ਪ੍ਰੋਫਿਟ ਆ ਉਹ ਕੈਲਕੂਲੇਟ ਹੋ ਕੇ ਆ ਜਾਏਗਾ। ਹੁਣ ਸਾਡੇ ਕੋਲੇ ਗਰੋਸ ਪ੍ਰੋਫਿਟ ਪਤਾ ਕਰਨ ਦੇ ਲਈ ਕਾਸਟ ਆਫ ਗੁੱਡ ਸੋਲਡ ਹੈ ਕਿਉਂਕਿ ਹੁਣੇ ਪਤਾ ਕਰੀ ਹੈ, ਠੀਕ ਹੈ। ਬਟ ਸਾਡੇ ਕੋਲੇ ਨੈਟ ਸੇਲ ਨਹੀਂ ਆ। ਫਿਰ ਅਸੀਂ ਹੁਣ ਇੱਥੇ ਸਭ ਤੋਂ ਪਹਿਲਾਂ ਕੀ ਕੈਲਕੂਲੇਟ ਕਰਾਂਗੇ, ਨੈਟ ਸੇਲ ਅਸੀਂ ਪਤਾ ਕਰਾਂਗੇ। ਨੈਟ ਸੇਲ ਨੂੰ ਪਤਾ ਕਰਨ ਦਾ ਤਰੀਕਾ ਕੀ ਹੋਊਗਾ, ਸੇਲ ਮਾਈਨਸ ਰਿਟਰਨ ਇਨਵਰਡ। ਜੋ ਰਿਟਰਨ ਸਾਡੀਆਂ ਵੈਲਿਊਜ਼ ਹੋ ਚੁੱਕੀਆਂ, ਜੋ ਵੈਲਿਊਜ਼ ਰਿਟਰਨ ਨੇ, ਉਹਨਾਂ ਵੈਲਿਊਜ਼ ਨੂੰ ਅਸੀਂ ਕੀ ਕਰ ਦਾਂਗੇ, ਸੇਲ ਵਿੱਚੋਂ ਸੇਲ ਰਿਟਰਨ ਇਨਵਰਡ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਮਾਈਨਸ ਕਰਕੇ ਨੈਟ ਸੇਲ ਅਸੀਂ ਪਤਾ ਕਰ ਲਾਂਗੇ। ਕੁਐਸਚਨ 'ਤੇ ਚੱਲਦੇ ਹਾਂ, ਕੀ ਗਿਵਨ ਆਪਾਂ ਨੂੰ, ਸੇਲ ਗਿਵਨ ਆ, ਯੈਸ ਸੇਲ ਕਿੰਨੀ ਗਿਵਨ ਆਪਾਂ ਨੂੰ, 5,60,000 ਦੀ ਵੈਲਿਊ ਸਾਨੂੰ ਸੇਲ ਦੀ ਗਿਵਨ ਆ। ਬਟ ਨਾਲ ਦੇਖ ਦਿੰਦੇ ਹਾਂ ਇਨਵਰਡ ਦੀ ਵੈਲਿਊ ਹੈਗੀ ਆ 10,000, 5,60,000 ਸੇਲ ਦੀ ਵੈਲਿਊ, 10,000 ਰਿਟਰਨ ਇਨਵਰਡ ਦੀ ਵੈਲਿਊ, ਟੋਟਲ ਕਿੰਨਾ ਆ ਗਿਆ 5,50,000। 5,50,000 ਹੁਣ ਸਾਡੀ ਕਿਹੜੀ ਵੈਲਿਊ ਆ, ਨੈਟ ਸੇਲ। ਸਾਨੂੰ ਚਾਹੀਦੀ ਸੀਗੀ ਨੈਟ ਸੇਲ, ਉਹ ਪਤਾ ਲੱਗ ਗਈ। ਹੁਣ ਅਸੀਂ ਇੱਥੇ ਵੈਲਿਊਜ਼ ਨੂੰ ਪੂਰਾ ਕਰ ਸਕਦੇ ਹਾਂ। 5,50,000 ਮਾਈਨਸ ਕਿੰਨਾ ਸੀ ਸਾਡੇ ਕੋਲੇ ਕਾਸਟ ਆਫ ਗੁੱਡ ਸੋਲਡ, 5,07,000। ਦੋਨੋਂ ਵੈਲਿਊਜ਼ ਹੈ ਸਾਡੇ ਕੋਲੇ, ਮਾਈਨਸ ਕਰਕੇ ਕਿਹੜੀ ਵੈਲਿਊ ਰਹਿ ਜੂਗੀ ਸਾਡੇ ਕੋਲੇ, ਜਦੋਂ ਦੋਨੋਂ ਵੈਲਿਊਜ਼ ਨੂੰ ਆਪਸ ਦੇ ਵਿੱਚ ਮਾਈਨਸ ਕਰਾਂਗੇ ਸਾਡੇ ਕੋਲੇ 43,000 ਰਹਿ ਜੂਗਾ, ਯਾਨੀ ਕਿ 43,000 ਸਾਡੇ ਕੋਲੇ ਵੈਲਿਊ ਬਚੇਗੀ। ਹੁਣ ਇਹ ਵੈਲਿਊ ਸਾਡੇ ਕੋਲੇ ਕੀ ਆ, ਇਹ ਵੈਲਿਊ ਹੋਏਗੀ ਗਰੋਸ ਪ੍ਰੋਫਿਟ। ਇਹ ਸਾਡੇ ਕੋਲੇ ਗਰੋਸ ਪ੍ਰੋਫਿਟ ਦੀ ਕੈਲਕੂਲੇਸ਼ਨ ਆ, ਕਿੰਨੀ ਹੈ ਇਹ 43,000। ਦੋ ਵੈਲਿਊਜ਼ ਪਤਾ ਲੱਗ ਗਈਆਂ, ਇੱਕ ਤਾਂ 5,07,000 ਕਾਸਟ ਆਫ ਗੁੱਡ ਸੋਲਡ ਦੀ ਵੈਲਿਊ, ਗਰੋਸ ਪ੍ਰੋਫਿਟ ਦੀ ਵੈਲਿਊ 43,000। ਹੁਣ ਇੱਕ ਲਾਸਟ ਵੈਲਿਊ ਰਹਿ ਗਈ ਕੈਲਕੂਲੇਸ਼ਨ ਕਰਨ ਦੇ ਲਈ। ਲਾਸਟ ਵੈਲਿਊ ਕਿਹੜੀ ਹੈ ਸਾਡੀ, ਨੈਟ ਪ੍ਰੋਫਿਟ। ਹੁਣ ਨੈਟ ਪ੍ਰੋਫਿਟ ਪਤਾ ਕਰਨਾ ਹੈ ਤਾਂ ਉਹਦਾ ਫਾਰਮੂਲਾ ਅਲੱਗ ਹੋਏਗਾ। ਹਰੇਕ ਵੈਲਿਊ ਨੂੰ ਕੈਲਕੂਲੇਟ ਕਰਨ ਦਾ ਇੱਕ ਬੇਸਿਕ ਫਾਰਮੂਲਾ ਹੋਏਗਾ ਜੋ ਕਿ ਸਾਨੂੰ ਹਰ ਕੁਐਸਚਨ ਕਰਨ ਤੋਂ ਬਾਅਦ ਜਿਹੜਾ ਉਹ ਮਿਲੇਗਾ। ਹਰ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਸਾਨੂੰ ਉਹਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਨੈਟ ਪ੍ਰੋਫਿਟ ਨੂੰ ਪਤਾ ਕਰਨ ਦੇ ਲਈ ਸਾਨੂੰ ਗਰੋਸ ਪ੍ਰੋਫਿਟ ਔਰ ਇਨਡਾਇਰੈਕਟ ਐਕਸਪੈਂਸਿਸ ਆ ਜਿਹੜੇ ਉਹਨਾਂ ਦੀ ਜ਼ਰੂਰਤ ਪਏਗੀ। ਹੁਣ ਇਹ ਕੁਐਸਚਨ ਇੱਕ ਦੂਸਰੇ 'ਤੇ ਡਿਪੈਂਡ ਆ। ਸਭ ਤੋਂ ਪਹਿਲਾਂ ਪਤਾ ਕੀਤਾ ਕਾਸਟ ਆਫ ਗੁੱਡ ਸੋਲਡ, ਕਿਸ ਚੀਜ਼ ਨੂੰ ਪਤਾ ਕੀਤਾ ਸੀ, ਕਾਸਟ ਆਫ ਗੁੱਡ ਸੋਲਡ। ਹੁਣ ਕਾਸਟ ਆਫ ਗੁੱਡ ਸੋਲਡ ਪਤਾ ਕਰਨ ਤੋਂ ਬਾਅਦ ਸਾਨੂੰ ਕਿਹਾ ਗਿਆ ਸੀਗਾ ਨੈਟ ਗਰੋਸ ਪ੍ਰੋਫਿਟ। ਗਰੋਸ ਪ੍ਰੋਫਿਟ ਕਿਹਦੇ ਨਾਲ ਸੀ ਪਤਾ ਲੱਗੂਗਾ, ਕਾਸਟ ਆਫ ਗੁੱਡ ਸੋਲਡ ਦੀ ਮਦਦ ਦੇ ਨਾਲ, ਕਿਉਂਕਿ ਸਾਨੂੰ ਨੈਟ ਸੇਲ ਦੇ ਵਿੱਚੋਂ ਕਾਸਟ ਆਫ ਗੁੱਡ ਸੋਲਡ ਨੂੰ ਮਾਈਨਸ ਕਰਨ ਤੋਂ ਬਾਅਦ ਸਾਡਾ ਅਸਲੀ ਪ੍ਰੋਫਿਟ ਪਤਾ ਲੱਗ ਜੂ। ਹੁਣ ਨੈਟ ਪ੍ਰੋਫਿਟ ਪਤਾ ਕਰਨਾ ਹੈ ਤਾਂ ਸਾਨੂੰ ਕੀ ਚਾਹੀਦਾ ਹੈਗਾ, ਗਰੋਸ ਪ੍ਰੋਫਿਟ, ਜੋ ਕਿ ਅਸੀਂ ਸੈਕਿੰਡ ਪੁਆਇੰਟ 'ਚ ਕੈਲਕੂਲੇਟ ਕੀਤਾ। ਗਰੋਸ ਪ੍ਰੋਫਿਟ ਦੇ ਵਿੱਚੋਂ ਮਾਈਨਸ ਕਰ ਦਾਂਗੇ ਇਨਡਾਇਰੈਕਟ ਐਕਸਪੈਂਸਿਸ, ਸਾਡੇ ਕੋਲੇ ਸ਼ੁੱਧ ਲਾਭ ਆ ਜਿਹੜਾ ਉਹ ਨੈਟ ਪ੍ਰੋਫਿਟ ਆ ਜਿਹੜਾ ਉਹ ਆ ਜਾਏਗਾ। ਸਾਡੇ ਕੋਲੇ ਗਰੋਸ ਪ੍ਰੋਫਿਟ ਕਿੰਨਾ ਹੈ, ਗਰੋਸ ਪ੍ਰੋਫਿਟ ਜੋ ਅਸੀਂ ਹੁਣੇ ਹੀ ਕੈਲਕੂਲੇਟ ਕੀਤਾ ਹੈ 43,000, ਠੀਕ ਹੈ। ਹੁਣ ਸਾਨੂੰ ਚਾਹੀਦੇ ਆ ਇਨਡਾਇਰੈਕਟ ਐਕਸਪੈਂਸਿਸ। ਇਨਡਾਇਰੈਕਟ ਐਕਸਪੈਂਸਿਸ ਸਾਨੂੰ ਗਿਵਨ ਨਹੀਂ ਆ ਪਰ ਉਹਦੀਆਂ ਦੋ ਵੈਲਿਊਜ਼ ਆ। ਇਨਡਾਇਰੈਕਟ ਐਕਸਪੈਂਸਿਸ ਸਾਨੂੰ ਜਿਹੜੇ ਉਹ ਦੋ ਦਿੱਤੇ ਹੋਏ ਆ। ਇੱਕ ਤਾਂ ਕਿਹਾ ਹੋਇਆ ਸਾਨੂੰ ਰੈਂਟ, ਦੂਸਰਾ ਉਹਨਾਂ ਨੇ ਕਿਹਾ ਹੋਇਆ ਕੈਰੇਜ ਆਊਟਵਰਡ। ਆਊਟਵਰਡ ਦੇ ਜਿਹੜੇ ਵੀ ਖਰਚੇ ਆ ਉਹ ਕਿਹੜੇ ਹੋਣਗੇ ਸਾਡੇ ਕੋਲੇ, ਇਨਡਾਇਰੈਕਟ ਐਕਸਪੈਂਸਿਸ। 2,000 ਦਾ ਰੈਂਟ ਆ, 1,000 ਦੀਆਂ ਕੈਰੀਜ਼ ਆ, ਟੋਟਲ ਕਿੰਨਾ ਆ ਗਿਆ 3,000, ਯਾਨੀ ਕਿ 3,000 ਦੀ ਜਿਹੜੀ ਵੈਲਿਊ ਆ ਉਹ ਇਨਡਾਇਰੈਕਟ ਐਕਸਪੈਂਸਿਸ ਦੀ ਆ। ਹੁਣ ਅਸੀਂ ਇੱਧਰੋਂ ਮਾਈਨਸ ਕਰ ਦਾਂਗੇ ਇਨਡਾਇਰੈਕਟ ਐਕਸਪੈਂਸਿਸ 3,000, ਕਿੰਨਾ ਬਚਿਆ 40,000। ਹੁਣ ਇਹ 40,000 ਦੀ ਵੈਲਿਊ ਹੈ ਜਿਹੜੀ, ਇਹ ਸਾਡੀ ਅਸਲ ਵੈਲਿਊ ਆ ਨੈਟ ਪ੍ਰੋਫਿਟ ਦੀ ਵੀ, ਯਾਨੀ ਕਿ ਕੰਪਨੀ ਨੂੰ ਅਸਲ ਫਾਇਦਾ ਕਿੰਨਾ ਹੋ ਗਿਆ 40,000। ਤਿੰਨੋਂ ਵੈਲਿਊ ਸਾਨੂੰ ਪਤਾ ਲੱਗ ਗਈਆਂ। ਕਾਸਟ ਆਫ ਗੁੱਡ ਸੋਲਡ 5,07,000, ਗਰੋਸ ਪ੍ਰੋਫਿਟ ਕਿੰਨਾ ਆਇਆ ਸਾਡੇ ਕੋਲੇ 43,000, ਨੈਟ ਪ੍ਰੋਫਿਟ ਸਾਡੇ ਕੋਲੇ ਆ ਗਿਆ 40,000। ਇਹ ਤਿੰਨੋਂ ਵੈਲਿਊਜ਼ ਆ ਜਿਹੜੀਆਂ ਉਹ ਕੈਲਕੂਲੇਟ ਕਰਨੀਆਂ ਸੀ। ਉਮੀਦ ਆ ਕਿ ਤੁਹਾਨੂੰ ਕੁਐਸਚਨ ਜਿਹੜਾ ਚੰਗੀ ਤਰ੍ਹਾਂ ਸਮਝ ਆਇਆ ਹੋਏਗਾ। ਔਰ ਅਗਰ ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਆਪਣੇ ਡਾਊਟਸ ਨਾਲ ਦੀ ਨਾਲ ਕਲੀਅਰ ਕਰਨੇ ਆ, ਔਰ ਕੋਈ ਵੀ ਡਾਊਟਸ ਜਿਹੜਾ ਤੁਹਾਡਾ ਰਹਿਣਾ ਨਹੀਂ ਚਾਹੀਦਾ। ਥੈਂਕ ਯੂ, ਹੈਵ ਅ ਨਾਈਸ ਡੇ।